11ਵੀਂ पौड़ी 19ਵੀਂ 70 ਪਹਿਲੀ। ਗੰਗੂ ਨਾਉ ਸਹਿਲਗਾ ਰਾਮਾ ਧਰਮਾ ਉਦਾ ਭਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੰਗੂ ਨਾਉ ਸਹਿਗਲਾ ਰਾਮਾ ਧਰਮਾ ਉਦਾ ਭਾਈ। ਭਾਈ ਗੁਰਦਾਸ ਜੀ ਹੁਣ ਇੱਥੇ 5 ਗੁਰਸਿੱਖਾਂ ਦੇ ਨਾਂ ਲੈਂਦੇ ਹਨ, ਜਿਨ੍ਹਾਂ ਦੇ ਵਿੱਚੋਂ ਗੰਗੂ ਨਾਉ ਸਹਿਗਲ ਰਾਮਾ ਧਰਮਾ ਤੇ ਭਾਈ ਉਦਾ ਜੀ। ਸੋ ਇਹਨਾਂ ਨੇ ਜਿਹੜਾ ਹੈ ਕਹਿੰਦੇ ਹਨ ਕਿ ਉਦਾ ਭਾਈ। ਸੋ ਇਹ ਸਾਰੇ ਜਿਹੜੇ ਹਨ ਕਹਿੰਦੇ ਭਾਈ ਭਾਈ ਸਨ ਜਾਂ ਭਾਈ ਭਰਾਵਾਂ ਨੂੰ ਕਹੀਦਾ ਹੈ। ਸੋ ਪਹਿਲਾ ਤਾਂ ਅਰਥ ਦਾ ਇਹ ਬਣਦਾ ਹੈ। ਦੂਜਾ ਭਾਈ ਦਾ ਅਰਥ ਬਣਦਾ ਹੈ ਕਿ ਗੁਰੂ ਭਾਈ ਬਣੇ ਹਨ ਗੁਰਸਿੱਖੀ ਨੂੰ ਧਾਰਨ ਕਰਕੇ। ਤੇ ਇਹਨਾਂ ਦਾ ਜੋ ਇਤਿਹਾਸ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੀ ਭਗਤ ਮਾਲਾ ਵਿੱਚ ਲਿਖਿਆ ਹੈ, ਉਹ ਆਪ ਜੀ ਸਰਵਣ ਕਰੋ। ਗੰਗੂ ਤੇ ਨਾਉ ਸਹਿਗਲ ਤੇ ਰਾਮਾ ਤੇ ਧਰਮਾ ਤੇ ਉਦਾ ਗੁਰੂ ਅਰਜਨ ਜੀ ਦੀ ਸਰਨੀ ਆਏ। ਇਹ ਪੰਜੇ ਗੁਰਸਿੱਖ ਭਾਈ ਗੰਗੂ ਜੀ, ਭਾਈ ਨਾਉ ਸਹਿਗਲ ਜੀ, ਭਾਈ ਰਾਮਾ ਜੀ, ਭਾਈ ਧਰਮਾ ਜੀ ਤੇ ਭਾਈ ਉਦਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ, ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ। ਤੇ ਉਹਨਾਂ ਪ੍ਰਸੰਨ ਕੀਤਾ ਜੀ ਸਭ ਵੇਦਾਂ ਤੇ ਕਿਤਾਬਾਂ ਤੇ ਅਵਤਾਰਾਂ ਸਭਨਾ ਬ੍ਰਹਮ ਨੂੰ ਬੇਅੰਤ ਕਹਿਆ ਹੈ। ਮਹਾਰਾਜ ਅਸੀਂ ਪੜ੍ਹਿਆ ਹੈ ਕਿਉਂਕਿ ਪੜ੍ਹੇ ਲਿਖੇ ਗੁਰਸਿੱਖ ਸਨ। ਇਹ ਕਹਿੰਦੇ ਮਹਾਰਾਜ ਸਾਡਾ ਇੱਕ ਪ੍ਰਸ਼ਨ ਹੈ, ਇੱਕ ਕੁਐਸਚਨ ਹੈ। ਉਹ ਕੁਐਸਚਨ ਇਹ ਹੈ ਕਿ ਮਹਾਰਾਜ ਜਿੰਨੇ ਵੀ ਵੇਦ ਲਿਖੇ ਹੋਏ ਹਨ ਜਾਂ ਜਿੰਨੇ ਵੀ ਕਿਤਾਬ ਹਨ ਮੁਸਲਮਾਨਾਂ ਦੇ, ਸੋ ਵੇਦ 4 ਹਨ, ਕਿਤਾਬ ਵੀ 4 ਹਨ। ਸੋ ਵੇਦਾਂ ਦੇ ਵਿੱਚ ਜਿਹੜਾ ਹੈ ਵੇਦ ਜਿਹੜੇ ਹੁੰਦੇ ਹਨ ਉਹ ਸ਼ਾਮ ਵੇਦ ਹੋਇਆ, ਰਿਗ ਵੇਦ, ਯੁਜਰ ਵੇਦ ਤੇ ਅਥਰਵਣ ਵੇਦ। ਤੇ ਦੂਸਰੇ ਕਿਤਾਬ ਵੀ 4 ਹਨ, ਜਿਨ੍ਹਾਂ ਦੇ ਵਿੱਚੋਂ ਜਿਹੜਾ ਹੈ ਉਹ ਇੱਕ ਤਾਂ ਜ਼ੰਬੂਰ ਹੁੰਦਾ ਹੈ ਤੇ ਇੱਕ ਤੌਰਤ ਹੁੰਦੀ ਹੈ, ਇੱਕ ਬਾਈਬਲ ਹੈ ਤੇ ਇੱਕ ਕੁਰਾਨ ਹੈ। ਸੋ ਇਹ 4 ਕਿਤਾਬਾਂ ਨੇ। ਮਹਾਰਾਜ ਇਹਨਾਂ ਦੇ ਵਿੱਚ ਜਿਹੜੇ ਅਵਤਾਰ ਨੇ, ਜਿਹੜੇ ਕਿ ਪੈਗਾਮ ਲੈ ਕੇ ਆਏ, ਜਿਨ੍ਹਾਂ ਨੂੰ ਪੈਗੰਬਰ ਵੀ ਕਿਹਾ ਹੈ, ਮਹਾਰਾਜ ਉਹਨਾਂ ਨੇ ਦੱਸਿਆ ਹੈ ਕਿ ਇਹ ਬ੍ਰਹਮ ਜਿਹੜਾ ਪਰਮਾਤਮਾ ਹੈ ਇਹ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾਂਦਾ। ਤੇ ਗੁਰੂ ਨਾਨਕ ਜੀ ਤਾਂ ਸਾਖਿਆਤਕਾਰ ਬ੍ਰਹਮ ਕਾ ਰੂਪ ਹੋਏ ਹੈ। ਮਹਾਰਾਜ ਫਿਰ ਜਿਹੜਾ ਹੈ ਸਾਨੂੰ ਇਹ ਵੀ ਗਿਆਨ ਹੈ ਸਤਿਗੁਰੂ ਜੀ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਆਪ ਉਹ ਪਰਮੇਸ਼ਰ ਦੇ ਫਿਜ਼ੀਕਲ ਫਾਰਮ ਹਨ। ਮਹਾਰਾਜ ਆਪ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦੇ ਸਾਖਸ਼ਾਤ ਰੂਪ ਹਨ। ਸਾਖਸ਼ਾਤ ਰੂਪ ਉਹ ਹੁੰਦਾ ਜਿਹੜਾ ਆਪਾਂ ਅੱਖਾਂ ਨਾਲ ਦੇਖ ਸਕਦੇ ਹਾਂ, ਜੋ ਆਪਣੇ ਹੀ ਵਰਗੇ ਸਰੀਰ ਦੇ ਵਿੱਚ ਹੋਣ ਤੇ ਆਪਣੇ ਵਰਗੇ ਸਰੀਰ ਦੇ ਵਿੱਚ ਹੀ ਵਿਚਰਨ ਸੰਸਾਰ ਦੇ ਵਿੱਚ, ਤੇ ਵਿਚਰਨ ਵੀ ਇੱਕ ਸਮੇਂ ਦੀ ਜਿਹੜੀ ਹੈ ਬੁਨਿਆਦ ਨੂੰ ਲੈ ਕੇ, ਜਿਵੇਂ ਆਪਣਾ ਇੱਕ ਲਾਈਫ ਟਾਈਮ ਹੁੰਦਾ ਹੈ। ਸਤਿਗੁਰੂ ਜੀ ਹੈ ਤਾਂ ਉਹ ਬ੍ਰਹਮ, ਹੈ ਤਾਂ ਉਹ ਆਪ ਪਰਮੇਸ਼ਰ, ਇਹ ਸਰੀਰ ਦੇ ਵਿੱਚ ਉਹ ਦਿਖਾਈ ਦਿੰਦੇ ਸਨ। ਸੋ ਇਸ ਕਰਕੇ ਤਾਂ ਇਹਨਾਂ ਨੇ ਤਾਂ ਕੱਛ ਬ੍ਰਹਮ ਕਾ ਅੰਤ ਕਹਿਆ ਹੋਵੇਗਾ। ਮਹਾਰਾਜ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਾ ਕਹਿੰਦੇ ਉਹ ਆਪ ਬ੍ਰਹਮ ਹਨ, ਸਾਨੂੰ ਇਹ ਗੱਲ ਦਾ ਭਰੋਸਾ ਹੈ, ਅਸੀਂ ਇਹ ਗੱਲ ਤੇ ਬਿਲਕੁਲ ਵੀ ਡਾਊਟ ਨਹੀਂ ਕਰਦੇ। ਪਰ ਮਹਾਰਾਜ ਦੇਖੋ ਨਾ, ਜੇ ਅਗਰ ਜਿਹੜਾ ਹੈ ਜੇ ਇੱਕ ਪੈਗੰਬਰ ਅਵਤਾਰ ਪਰਮੇਸ਼ਰ ਦਾ ਅੰਤ ਨਹੀਂ ਜਾਣ ਸਕਦਾ, ਪਰਮਾਤਮਾ ਦਾ ਐਕਸਟੈਂਡ ਨੂੰ ਨਹੀਂ ਜਾਣ ਸਕਦੇ, ਪੈਗੰਬਰ ਤੇ ਔਲੀਏ ਬਰਮਾ ਜਿਹੜਾ ਹੈ ਜਿਹਨੇ ਵੇਦ ਲਿਖੇ, ਜਿਹਨੇ ਰਿਸ਼ੀ ਮੁਨੀਆਂ ਨੇ ਲਿਖੇ, ਉਹਨਾਂ ਨੇ ਸਾਰਿਆਂ ਨੇ ਬੇਅੰਤ ਕਰਕੇ ਕਿਹਾ ਹੈ ਵੀ ਉਹ ਜਿਹੜਾ ਬੇਅੰਤ ਹੈ। ਪਰ ਮਹਾਰਾਜ ਇਹ ਦੱਸੋ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਆਪ ਪਰਮੇਸ਼ਰ ਹਨ ਤੇ ਉਹਨਾਂ ਨੇ ਤਾਂ ਕੁਝ ਦੱਸਿਆ ਹੁਣ ਆਪਣੇ ਅੰਤ ਬਾਰੇ, ਕਿਉਂਕਿ ਉਹ ਆਪ ਪਰਮੇਸ਼ਰ ਨੇ। ਹੁਣ ਪਰਮੇਸ਼ਰ ਤਾਂ ਆਪਣਾ ਅੰਤ ਜਾਣਦਾ ਹੀ ਹੋਵੇਗਾ ਨਾ। ਸੋ ਜਿਹੜਾ ਹੈ ਇਹ ਗੱਲ ਜਿਹੜੀ ਪਰਮੇਸ਼ਰ ਤੋਂ ਬਗੈਰ ਕੌਣ ਜਾਣ ਸਕਦਾ ਹੈ, ਕਿਉਂਕਿ ਅਵਤਾਰ ਤਾਂ ਨਹੀਂ ਜਾਣ ਸਕਦੇ, ਉਹਨਾਂ ਤੋਂ ਪਹਿਲਾਂ ਇਹ ਜਿਹੜੇ ਦੇਵਤੇ ਨੇ ਇਹ ਨਹੀਂ ਜਾਣ ਸਕਦੇ। ਤੇ ਮਹਾਰਾਜ ਗੁਰੂ ਨਾਨਕ ਆਪ ਪਰਮੇਸ਼ਰ ਹੋਣ ਕਰਕੇ ਉਹ ਆਪ ਤਾਂ ਜਾਣਦੇ ਹੋਣਗੇ ਨਾ, ਤੇ ਉਹਨਾਂ ਨੇ ਕੁਝ ਦੱਸਿਆ ਹੈ ਵੀ ਜਿਹੜਾ ਹੈ ਪਰਮੇਸ਼ਰ ਦਾ ਅੰਤ ਕਿੱਥੇ ਹੈ ਤੇ ਕਿਦੋਂ ਹੈ। ਕਿਉਂ ਜੋ ਆਪਣਾ ਅੰਤ ਤਾਂ ਸਭ ਕੋਈ ਜਾਣਦਾ ਹੈ। ਦੇਖੋ ਮਹਾਰਾਜ ਜਿਵੇਂ ਆਪਾਂ ਇਨਸਾਨ ਹਾਂ, ਦੇਖੋ ਇੱਕ ਐਗਜ਼ਾਮਪਲ ਦੇ ਕੇ ਜਿਹੜਾ ਹੈ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਹਨ। ਮਹਾਰਾਜ ਹੁਣ ਸਾਨੂੰ ਤਾਂ ਪਤਾ ਹੈ ਨਾ ਇੱਕ ਇਨਸਾਨ ਦੀ ਉਮਰ ਕਿੰਨੀ ਕੁ ਹੁੰਦੀ ਹੈ, 100 ਸਾਲ ਹੋ, ਹਾਂਜੀ ਵੱਧ ਤੋਂ ਵੱਧ 125 ਸਾਲ ਹੋ। ਮਹਾਰਾਜ ਇਹ ਤੋਂ ਵੱਧ ਤਾਂ ਨਹੀਂ ਹੋ ਸਕਦੀ ਨਾ। ਆਪਾਂ ਨੂੰ ਆਪਣੇ ਅੰਤ ਦਾ ਪਤਾ ਹੈ। ਜਨਰਲੀ ਜਿਹੜਾ ਹੈ ਆਪਾਂ 100 ਸਾਲ ਲੈਂਦੇ ਹਾਂ ਐਵਰੇਜ। ਹਾਂਜੀ ਐਵਰੇਜ ਵੀ ਅੱਜ ਕੱਲ੍ਹ ਘਟ ਗਿਆ ਹੈ, ਕਈ 70 ਈਅਰਸ ਕਹਿੰਦੇ ਹਨ, ਕਈ 80 ਈਅਰਸ ਕਹਿੰਦੇ ਹਨ ਵੀ ਇੱਕ ਮਨੁੱਖ ਹਿਊਮਨ ਲਾਈਫ ਇੰਨੀ ਕੁ ਹੁੰਦੀ ਹੈ। ਜਿਵੇਂ ਕਹਿੰਦੇ ਆਪਾਂ ਵੀ ਜਾਣਦੇ ਹਾਂ ਵੀ ਆਪਣਾ ਅੰਤ ਕਿਦੋਂ ਹੈ। ਇਸ ਤਰ੍ਹਾਂ ਕਰਕੇ ਗੁਰੂ ਨਾਨਕ ਸਾਹਿਬ ਤਾਂ ਜਾਣਦੇ ਹੋਣੇ ਆ ਨਾ
ਕਿਉਂਕਿ ਉਹ ਪਰਮੇਸ਼ਰ ਹੈ। ਸੋ ਪਰਮੇਸ਼ਰ ਤਾਂ ਆਪਣਾ ਅੰਤ ਜਾਣਦਾ ਹੋਣਾ ਹੈ। ਤਾਂ ਬਚਨ ਹੋਵਾ, ਜੇ ਤਾਂ ਕਛ ਬ੍ਰਹਮ ਦਾ ਅੰਤ ਹੋਵੇ ਤਾਂ ਕਹੀਐ। ਹੁਣ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ, ਇਹ ਬਹੁਤ ਕੰਪਲਿਕੇਟਡ ਸਵਾਲ ਹੈ। ਦੇਖੋ ਕਿੰਨਾ ਜਿਹੜਾ ਹੈ ਡੂੰਘਾ ਸਵਾਲ ਕੀਤਾ ਗੁਰਸਿੱਖਾਂ ਨੇ ਆ ਕੇ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਖੋ ਬ੍ਰਹਮ ਦਾ ਜੇ ਜਿਹੜਾ ਹੈ ਗੁਰੂ ਨਾਨਕ ਨੂੰ ਤਾਂ ਆਪਣੇ ਅੰਤ ਦਾ ਪਤਾ ਹੋਵੇ, ਜੇ ਕੋਈ ਅੰਤ ਹੋਵੇ ਤਾਂ ਕਿਹਾ ਜਾਵੇ ਵੀ ਅੰਤ ਹੈ। ਹੁਣ ਪਰਮੇਸ਼ਰ ਤਾਂ ਅੰਤ ਹੈ ਨਹੀਂ, ਹੁਣ ਉਹ ਜਿਹੜਾ ਅੰਤ ਨਹੀਂ ਹੈਗਾ ਉਹਨੂੰ ਕਿਵੇਂ ਕਿਹਾ ਜਾਵੇ? ਕਿਉਂਕਿ ਜਿਹੜਾ ਹੈ ਕਹਿੰਦੇ ਦੇਖੋ ਜੇ ਕੋਈ ਚੀਜ਼ ਹੋਵੇ, ਇਨ ਐਗਜ਼ਿਸਟੈਂਸ ਹੋਵੇ, ਉਹਦੇ ਬਾਰੇ ਕਿਹਾ ਜਾ ਸਕਦਾ ਹੈ। ਜੇ ਕੋਈ ਚੀਜ਼ ਹੋਵੇ ਉਹਦੇ ਬਾਰੇ ਆਪਾਂ ਨੂੰ ਗਿਆਨ ਨਾ ਹੋਵੇ, ਆਪਾਂ ਉਹਦੇ ਬਾਰੇ ਅਨੁਮਾਨ ਲਾ ਸਕਦੇ ਹਾਂ, ਆਪਾਂ ਉਹਦੇ ਬਾਰੇ ਜਿਹੜਾ ਹੈ ਖਿਆਲ ਜਾਂ ਆਪਣਾ ਐਸਟੀਮੇਟ ਕਰ ਸਕਦੇ ਹਾਂ, ਐਸਿਊਮ ਕਰ ਸਕਦੇ ਹਾਂ। ਪਰ ਜਿਹਦਾ ਅੰਤੇ ਕੋਈ ਨਾ ਹੋਵੇ ਉਹਦੇ ਬਾਰੇ ਫਿਰ ਕੀ ਦਸੀਏ? ਬੇਅੰਤ ਨੂੰ ਬੇਅੰਤ ਕਹਿਣਾ, ਇਹੋ ਉਸਕਾ ਅੰਤ ਪਾਵਣਾ ਹੈ। ਓਕੇ, ਫਿਰ ਹੁਣ ਅੰਤ ਕਿੱਥੇ ਹੈ? ਬੇਅੰਤ ਨੂੰ ਬੇਅੰਤ ਕਹਿਣਾ ਇਹੀ ਅੰਤ ਹੈ। ਦੇਖੋ ਨਾ, ਜਿਵੇਂ ਹੁਣ ਜਿਹੜੀ ਚੀਜ਼ ਆਪਣੇ ਸਮਝ ਨਹੀਂ ਪੈਂਦੀ ਉਸ ਦਾ ਅੰਤ ਆਪਾਂ ਆਪ ਫੁੱਲ ਸਟਾਪ ਲਾਉਂਦੇ। ਹੁਣ ਤੁਸੀਂ ਇੱਕ ਪੈਰਾਗ੍ਰਾਫ ਲਿਖਣੀ ਸ਼ੁਰੂ ਕਰੋ, ਤੁਸੀਂ ਪੈਰਾਗ੍ਰਾਫ ਲਿਖੋ, ਹੁਣ ਜਦੋਂ ਤੁਸੀਂ ਪੈਰਾਗ੍ਰਾਫ ਨੂੰ ਖਤਮ ਕਰਨਾ ਤੁਸੀਂ ਇੱਕ ਫੁੱਲ ਸਟਾਪ ਲਾ ਦੇਣਾ ਉੱਥੇ। ਤੁਸੀਂ ਹੁਣ ਡਿਸਾਈਡ ਕਰ ਲਿਆ ਵੀ ਇਹ ਪੈਰਾਗ੍ਰਾਫ ਦਾ ਮੈਂ ਇੱਥੇ ਫੁੱਲ ਸਟਾਪ ਪਾਉਣਾ ਹੈ। ਕਹਿਣਗੇ ਹੁਣ ਜਿਹੜੀ ਚੀਜ਼ ਨੂੰ ਹਰ ਇੱਕ ਇਨਸਾਨ ਜਿਹੜਾ ਆਪਾਂ ਸਮਝਦੇ ਹਾਂ, ਦੇਖੋ ਇਹ ਗਿਆਨ ਬਹੁਤ ਵੱਡੇ ਨੇ, ਪਰ ਜਿੱਥੋਂ ਤੱਕ ਇੱਕ ਬੰਦੇ ਦੀ ਸਮਝ ਪੈਂਦੀ ਹੈ, ਜਿੱਥੋਂ ਤੱਕ ਉਹਦਾ ਵਿਜ਼ਡਮ ਹੁੰਦਾ ਹੈ, ਉਸਦਾ ਨੌਲੇਜ ਹੁੰਦਾ ਹੈ, ਉਹ ਉੱਥੇ ਤੱਕ ਗੱਲ ਕਰਕੇ ਫਿਰ ਫੁੱਲ ਸਟਾਪ ਲਾ ਦਿੰਦਾ ਹੈ ਵੀ ਇੱਥੋਂ ਤੱਕ ਮੈਂ ਸਮਝਿਆ ਹਾਂ, ਮੈਂ ਇੱਥੋਂ ਤੱਕ ਦੱਸ ਸਕਦਾ ਹਾਂ, ਇਹ ਤੋਂ ਪਰੇ ਮੈਨੂੰ ਨਹੀਂ ਪਤਾ। ਹਾਂਜੀ, ਕਿਉਂਕਿ ਉਹਦੇ ਫੁੱਲ ਸਟਾਪ ਉਹ ਬੰਦੇ ਲਿਖਾਰੀ ਦਾ ਫੁੱਲ ਸਟਾਪ ਹੈ, ਪਰ ਉਹ ਜਿਹੜਾ ਸਬਜੈਕਟ ਦਾ ਫੁੱਲ ਸਟਾਪ ਨਹੀਂ ਹੈ। ਇਸ ਕਰਕੇ ਤੁਸੀਂ ਦੇਖੋਗੇ ਨਾ, ਜਿਵੇਂ ਇੰਜੀਨੀਅਰਿੰਗ ਦੀਆਂ ਕਿਤਾਬਾਂ ਨੇ, ਮੈਡੀਕਲ ਦੀਆਂ ਕਿਤਾਬਾਂ ਨੇ, ਅਕਾਊਂਟੈਂਟਸ ਦੀਆਂ ਕਿਤਾਬਾਂ ਨੇ, ਕਿੰਨੀਆਂ ਜਾਂ ਫਿਲਾਸਫੀ ਦੀਆਂ ਕਿਤਾਬਾਂ ਨੇ, ਉਹ ਜਿਹੜੀਆਂ ਕਿੰਨਿਆਂ ਤੋਂ ਕਿੰਨੇ ਨਵੇਂ ਤੋਂ ਨਵੇਂ ਲਿਖਾਰੀ ਉੱਠ ਕੇ ਉਹ ਲਿਖੀ ਜਾਂਦੇ ਨੇ, ਉਹਨਾਂ ਦਾ ਅੰਤ ਕੋਈ ਨਹੀਂ ਹੈਗਾ। ਕਿਉਂਕਿ ਜਿੱਥੇ ਕਿਸੇ ਨੇ ਫੁੱਲ ਸਟਾਪ ਪਾਇਆ, ਇੱਕ ਹੋਰ ਵਿਦਵਾਨ ਉਹ ਫੁੱਲ ਸਟਾਪ ਤੋਂ ਲੈ ਕੇ ਅਗਲੇ ਫੁੱਲ ਸਟਾਪ ਤੱਕ ਜਾਂਦਾ ਹੈ, ਤੇ ਉਹਦਾ ਕੰਮ ਲੈ ਕੇ ਅਗਲਾ ਜਿਹੜਾ ਵਿਦਵਾਨ ਹੋਊਗਾ ਉਹ ਫੁੱਲ ਸਟਾਪ ਤੋਂ ਲੈ ਕੇ ਅੱਗੇ ਹੋਰ ਜਾਏਗਾ। ਇਸੇ ਤਰ੍ਹਾਂ ਹੀ ਤਾਂ ਤਬਦੀਲੀ ਹੋਈ ਹੈ। ਜਿਵੇਂ ਜਿਹੜਾ ਹੈ ਗ੍ਰੈਹਮ ਬੈਲ ਨੇ ਜਿਹੜਾ ਹੈ, ਦੇਖੋ ਪਹਿਲੀ ਉਹਨੇ ਰਿਸਰਚ ਕਰਕੇ ਜਦੋਂ ਉਹਨੇ ਟੈਲੀਫੋਨੀ ਜਿਹੜੀ ਕੰਮ ਹੈ ਕਮਿਊਨੀਕੇਸ਼ਨ ਦੀ ਉਹਨੇ ਸ਼ੁਰੂ ਕੀਤੀ, ਪਰ ਉਹਨੇ ਮੋਬਾਈਲ ਤਾਂ ਨਹੀਂ ਨਾ ਬਣਾਏ, ਉਹ ਮੋਬਾਈਲ ਤੱਕ ਤਾਂ ਨਹੀਂ ਪਹੁੰਚ ਸਕਿਆ ਵੀ ਉਹਨੇ ਮੋਬਾਈਲ ਜਿਹੜੀ ਵਾਇਰਲੈਸ ਉਹਨੇ ਕਰ ਦਿੱਤੀ ਹੋਵੇ ਕਮਿਊਨੀਕੇਸ਼ਨ। ਹੁਣ ਉਹ ਤੋਂ ਬਾਅਦ ਕਿੰਨੇ ਹੋਰ ਵਿਦਵਾਨ ਹੋਏ, ਕਿੰਨੇ ਰਿਸਰਚਰਸ ਹੋਏ, ਉਹਨਾਂ ਨੇ ਉਹ ਟੈਕਨੋਲੋਜੀ ਨੂੰ ਲੈ ਕੇ ਕਿੱਥੋਂ ਤੱਕ ਪਹੁੰਚ ਗਏ। ਜੋ ਰਾਈਟ ਬ੍ਰਦਰਸ ਸੀਗੇ, ਉਹਨਾਂ ਨੇ ਹਵਾਈ ਜਹਾਜ਼ ਦਾ ਬਣਾਉਣਾ ਸ਼ੁਰੂ ਕੀਤਾ ਵੀ ਚਿੜੀ ਵਾਂਗੂ ਇੱਕ ਚੀਜ਼ ਉੱਡ ਸਕਦੀ ਹੈ, ਪਰ ਫਿਰ ਉਹ ਬੋਇੰਗ ਤਾਂ ਨਹੀਂ ਬਣਾ ਸਕੇ ਨਾ। ਉਹ ਉਨੇ ਬੰਦਿਆਂ ਨੂੰ ਚੁੱਕ ਕਰਕੇ, ਇੰਨਾ ਸਮਾਨ ਚੁੱਕ ਕਰਕੇ ਆਕਾਸ਼ ਵਿੱਚ ਜਿਹੜਾ ਹੈ 17 ਘੰਟੇ 20 ਘੰਟੇ ਦੀ ਫਲਾਈਟ ਨਹੀਂ ਨਾ ਬਣਾ ਸਕੇ। ਸੋ ਇਸੇ ਤਰ੍ਹਾਂ ਹੀ ਜਿਹੜਾ ਹੈ ਮਹਾਰਾਜ ਨੇ ਇੱਥੇ ਇੱਕ ਅਸਲੀਅਤ ਕਿਹਾ ਹੈ। ਦੇਖੋ ਭਾਈ ਸ਼ਹੀਦ ਭਾਈ ਮਨੀ ਸਿੰਘ ਜੋ ਇਹ ਕਥਾ ਲਿਖ ਰਹੇ ਨੇ, ਉਹਨਾਂ ਦਾ ਗਿਆਨ ਕਿੱਡਾ ਵੱਡਾ ਹੈ। ਅੱਜ ਆਪਾਂ ਇਹ ਗਿਆਨ ਨੂੰ ਰੈਲੇਵੈਂਟਲੀ ਆਪਾਂ ਆਪਣੇ ਐਗਜ਼ਾਮਪਲਸ ਦੇਖ ਕੇ ਸਮਝਾ ਸਕਦੇ ਹਾਂ, ਪਰ ਉਸ ਸਮੇਂ ਉਹਨਾਂ ਕੋਲ ਇਹੋ ਜਿਹੇ ਐਗਜ਼ਾਮਪਲਸ ਨਹੀਂ ਸੀਗੇ। ਪਰ ਦੇਖੋ ਉਹਨਾਂ ਨੇ ਫਿਰ ਵੀ ਉਸ ਸਮੇਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹਦਾ ਅੰਤ ਨਾ ਹੋਵੇ, ਬੇਅੰਤ ਕਹਿਣਾ ਹੀ ਉਹਦਾ ਅੰਤ ਆਪਣੇ ਵਾਸਤੇ ਹੋ ਸਕਦਾ ਹੈ, ਆਪਣੀ ਸਮਝ ਵਾਸਤੇ ਹੋ ਸਕਦਾ ਹੈ, ਆਪਣੇ ਗਿਆਨ ਵਾਸਤੇ ਹੋ ਸਕਦਾ ਹੈ। ਪਰ ਪਰਮੇਸ਼ਰ ਦਾ ਅੰਤ ਕਿਵੇਂ ਪਾਵਾਂਗੇ ਜੇ ਉਹਦੀ ਕੀਤੇ ਹੋਏ ਪੰਜ ਤੱਤਾਂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ, ਇਹ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ, ਇਹ ਅਸਮਾਨ ਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਪਰਮੇਸ਼ਰ ਦਾ ਅੰਤ ਕਿਵੇਂ ਪਾਵਾਂਗੇ? ਕਿੱਥੋਂ ਲਿਆਵਾਂਗੇ ਉਸ ਦਾ ਅੰਤ, ਜੋ ਇਹ ਉਹਦੀ ਬਣਾਈ ਹੋਈ ਚੀਜ਼ ਵੀ ਆਪਾਂ ਨੂੰ ਉਹਦਾ ਅੰਤ ਨਹੀਂ ਪਾਇਆ ਜਾਂਦਾ। ਇਸ ਕਰਕੇ ਬੇਅੰਤ ਨੂੰ ਬੇਅੰਤ ਕਹਿਣਾ ਹੀ ਉਸ ਦਾ ਅੰਤ ਹੈ, ਤੇ ਉਹਦਾ ਅੰਤ ਨਹੀਂ, ਆਪਣੀ ਸਮਝ ਦਾ ਅੰਤ ਉੱਥੇ ਹੁੰਦਾ ਹੈ। ਜੇ ਹੋਰ ਕੁਛ ਅੰਤ ਕਹਿੰਦੇ ਹਾਂ ਤਾਂ ਸਭ ਸ਼ਾਸਤਰਾਂ ਦਾ ਵਿਰੋਧ ਹੁੰਦਾ ਹੈ। ਹਾਂ, ਦੇਖੋ ਜੇ ਕਹਿੰਦੇ ਵੀ ਜੇ ਕੁਝ ਗੁਰੂ ਨਾਨਕ ਸਾਹਿਬ ਜੀ ਕਹਿ ਦਿੰਦੇ ਜੀ ਮੇਰਾ ਅੰਤ ਇੱਥੇ ਹੈ, ਤਾਂ ਫਿਰ ਸਾਰੇ ਵੇਦ ਝੂਠੇ ਹੋ ਗਏ। ਹੁਣ ਉਹ ਫਿਰ ਬੇਅੰਤ ਤਾਂ ਰਿਹਾ ਹੀ ਨਹੀਂ। ਜਿਹਦਾ ਅੰਤ ਆ ਗਿਆ, ਚਾਹੇ ਅੱਜ ਆਵੇ, ਚਾਹੇ ਭਲਕੇ ਆਵੇ, ਚਾਹੇ ਪਰਸੋਂ ਨੂੰ ਆਵੇ, ਅੰਤ ਹੈ ਨਾ, ਫਿਰ ਉਹਨੂੰ ਬੇਅੰਤ ਤਾਂ ਨਹੀਂ ਕਹਿ ਸਕਦੇ। ਫਿਰ ਤਾਂ ਸਾਰਾ ਹੀ ਗਿਆਨ ਜਿਹੜਾ ਇਰੈਲੇਵੈਂਟ ਹੋ ਗਿਆ, ਸਾਰਾ ਹੀ ਝੂਠਾ ਹੋ ਗਿਆ। ਉਹਨੂੰ ਫਿਰ ਕਿਵੇਂ ਠੀਕ ਜਿਹੜਾ ਹੈ ਉਹ ਠੀਕ ਬਹਿ ਹੀ ਨਹੀਂ ਸਕਦਾ। ਤੋ ਜੇ ਪਰਮੇਸ਼ਰ ਦਾ ਅੰਤ ਹੋਵੇ ਤਾਂ ਫਿਰ ਆਪਣਾ ਜਿਹੜਾ ਐਗਜ਼ਿਸਟੈਂਸ ਵੀ ਝੂਠਾ ਹੋ ਗਿਆ। ਜੇ ਉਹ ਅੰਤ ਵਿੱਚ ਆ ਗਿਆ ਫਿਰ ਆਪਾਂ ਜਿਹੜਾ ਹਨ ਆਪਣਾ ਐਗਜ਼ਿਸਟੈਂਸ ਕਿਵੇਂ ਸੱਚਾ ਹੋ ਸਕਦਾ ਹੈ? ਇਸ ਕਰਕੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਾਰੇ ਸ਼ਾਸਤਰਾਂ ਦਾ ਵਿਰੋਧ ਹੋਵੇਗਾ, ਕਿਉਂਕਿ ਜਿਨ੍ਹਾਂ ਨੇ ਬੇਅੰਤ ਲਿਖਿਆ ਹੈ ਉਹ ਵੀ ਉਹਨਾਂ ਦੀ ਹਸਤੀ ਛੋਟੀ ਨਹੀਂ ਸੀ। ਉਹ ਤਾਂ ਪਰਮੇਸ਼ਰ ਨੂੰ ਜਿਹੜਾ ਹੈ ਅਰਾਧਦੇ ਸਨ,
thousands of years, 100,000s of years ਬਹਿ ਕੇ ਉਹਨਾਂ ਦੀ ਭਗਤੀ ਕਰਦੇ ਸਨ, ਉੱਠਦੇ ਸਨ, ਸਿਰਫ ਬੇਅੰਤ ਕਹਿੰਦੇ ਸਨ ਉਹ ਪਰਮਾਤਮਾ ਨੂੰ। ਉਹਨਾਂ ਦਾ ਅੰਤ ਤਾਂ ਉਹ ਵੀ ਨਹੀਂ ਪਾ ਸਕੇ ਜਿਨ੍ਹਾਂ ਨੇ ਇੱਕ ਸਕਿੰਟ ਵੀ ਹੋਰ ਕੋਈ ਕੰਮ ਨਹੀਂ ਕੀਤਾ, ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਦੂਜਾ ਟੁੱਟ ਕਿਤੇ ਵੀ ਨਹੀਂ ਆਇਆ। ਉਹ ਵੀ ਜਿਹੜੇ ਹਨ, ਉਹ ਵੀ ਜਿਹੜਾ ਹਨ ਅਖੀਰ ਤੇ ਉਹਨਾਂ ਨੇ ਵੀ ਬੇਅੰਤ ਕਿਹਾ ਹੈ ਵੀ ਮੈਂ ਤਾਂ ਅੰਤ ਨਹੀਂ ਪਾ ਸਕਦਾ। ਦੇਖੋ ਨਾ, ਤੁਸੀਂ ਪੜ੍ਹ ਕੇ ਦੇਖੋ ਵੇਦ, ਕਿੰਨੇ ਸਾਲ ਬਰਮਾ ਜਿਹੜਾ ਹੈ ਨਾਲੀ ਵਿੱਚ ਡਿੱਗਦਾ ਰਿਹਾ, ਕਿੰਨਾ ਚਿਰ ਉਹਨੇ ਭਗਤੀ ਕੀਤੀ, ਕਿੰਨਾ ਜਿਹੜਾ ਸ਼ਿਵ ਜੀ ਕਰਦਾ ਰਿਹਾ, ਉਹ ਵੀ ਬੇਅੰਤ ਕਹਿੰਦੇ ਹਨ। ਆਪਾਂ ਤਾਂ ਕੀ ਚੀਜ਼ ਆ, ਆਪਾਂ ਤਾਂ 2 ਜਪਜੀ ਸਾਹਿਬ ਦੇ ਪਾਠ ਕਰਕੇ ਕਹਿ ਦਿੰਦੇ ਮੈਂ ਅੰਤ ਪਾ ਲਿਆ ਪਰਮਾਤਮਾ ਦਾ। ਹਾਂਜੀ, ਥੋੜੀ ਜਿਹੀ ਸੇਵਾ ਕਰਕੇ ਆਪਾਂ ਕਹਿੰਦੇ ਮੈਂ ਤਾਂ ਅੰਤ ਪਾ ਲਿਆ ਪਰਮਾਤਮਾ ਦਾ। ਇਹ ਕਿਵੇਂ ਹੋ ਸਕਦਾ ਹੈ? ਉਹਨਾਂ ਵੱਲ ਦੇਖੋ ਨਾ, ਉਹਨਾਂ ਨੇ ਇੰਨਾ ਕੁਝ ਕਰਕੇ ਵੀ ਉਹਦਾ ਅੰਤ ਨਹੀਂ ਪਾ ਸਕੇ। ਗਿਆਨੀ ਜਿਹੜੇ ਹਨ, ਰਿਸ਼ੀ ਮੁਨੀ, ਕਿੱਡੇ ਗ੍ਰੰਥ ਲਿਖ ਗਏ, ਕਿੱਡੇ ਉਹਨਾਂ ਨੇ ਸਕਾਲਰਸ ਬਣ ਕੇ ਕਿੰਨੀਆਂ ਫਿਲਾਸਫੀਆਂ ਲਿਖ ਦਿੱਤੀਆਂ, ਅਖੀਰਕਾਰ ਬੇਅੰਤ ਕਿਹਾ ਪਰਮਾਤਮਾ ਨੂੰ। ਤਾਂ ਤੇ ਗੁਰੂ ਨਾਨਕ ਜੀ ਵੀ ਕਹਿਆ ਹੈ ਬ੍ਰਹਮ ਬੇਅੰਤ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਕਿਹਾ ਕਿ ਪਰਮਾਤਮਾ ਬੇਅੰਤ ਹੈ। ਸੋ ਉਹ ਬੇਅੰਤ ਹੀ ਬੇਅੰਤ ਹੈ, ਉਸਦਾ ਅੰਤ ਨਹੀਂ ਕੋਈ ਪਾ ਸਕਦਾ, ਉਸਦਾ ਐਂਡ ਕੋਈ ਨਹੀਂ ਜਾਣ ਸਕਦਾ। ਤਾਂ ਤੇ ਤੁਸੀਂ ਵੀ ਬ੍ਰਹਮ ਬੇਅੰਤ ਜਾਣ ਕੇ, ਸੋ ਇਸ ਕਰਕੇ ਤੁਸੀਂ ਵੀ ਪਰਮਾਤਮਾ ਨੂੰ ਬੇਅੰਤ ਹੀ ਜਾਣੋ। ਸਭ ਕਿਸੇ ਨਾਲ ਭਾਵ ਕਰਨਾ। ਤੇ ਦੇਖੋ, ਉਸ ਪਰਮਾਤਮਾ ਨੂੰ ਬੇਅੰਤ ਕਹਿਣਾ ਹੈ ਤੇ ਸਾਰਿਆਂ ਨਾਲ ਪਿਆਰ ਕਰਨਾ ਹੈ, ਸਾਰਿਆਂ ਨਾਲ ਜਿਹੜਾ ਹਨ ਪ੍ਰੇਮ ਇਤਫਾਕ ਰੱਖਣਾ, ਸਾਰਿਆਂ ਦਾ ਸਤਿਕਾਰ ਕਰਨਾ, ਔਰ ਸਦਾ ਵਾਹਿਗੁਰੂ ਦਾ ਜਾਪ ਕਰਨਾ। ਸਦਾ ਹੀ ਜਿਹੜਾ ਹੈ ਵਾਹਿਗੁਰੂ ਦਾ ਜਾਪ ਕਰਨਾ ਹੈ, ਸਦਾ ਹੀ ਪਰਮਾਤਮਾ ਨੂੰ ਚੇਤੇ ਕਰਨਾ ਹੈ, ਕਿਉਂਕਿ ਆਪਾਂ ਉਸ ਬਿਰਤੀ ਨਾਲ ਪਰਮਾਤਮਾ ਦਾ ਜਾਪ ਕਰੀਏ, ਪਿਆਰ ਨਾਲ, ਨਾ ਕਿ ਪਰਮਾਤਮਾ ਦਾ ਅੰਤ ਪਾਉਣ ਵਾਸਤੇ। ਹਾਂਜੀ, ਕਿਉਂਕਿ ਪਰਮਾਤਮਾ ਤਾਂ ਬੇਅੰਤ ਹੈ। ਸੋ ਇਸ ਕਰਕੇ ਜਿਹੜਾ ਜਦੋਂ ਜਾਪ ਕਰਨਾ ਹੈ, ਪ੍ਰੇਮ ਨਾਲ ਕਰਨਾ ਹੈ, ਪਿਆਰ ਨਾਲ ਕਰਨਾ ਹੈ, ਆਪਣੇ ਹਿਰਦੇ ਵਿੱਚ ਭਾਵ ਰੱਖਣਾ ਹੈ। ਸਾਡਾ ਇਸੇ ਕਰ ਕਲਿਆਣ ਹੋਵੇਗਾ। ਕਹਿੰਗੇ ਇਸੇ ਕਰਕੇ ਤੁਹਾਡਾ ਕਲਿਆਣ ਹੋਣਾ। ਗੁਰੂ ਅਰਜਨ ਦੇਵ ਜੀ ਕਹਿੰਦੇ ਇਹ 5 ਗੁਰਸਿੱਖਾਂ ਨੂੰ, ਤਾਂ ਉਹਨਾਂ ਦਾ ਇਸੇ ਕਰ ਕਲਿਆਣ ਹੋਆ। ਉਸ ਤੋਂ ਉਹਨਾਂ ਜਿਹੜਾ ਹਨ 5 ਗੁਰਸਿੱਖਾਂ ਦਾ ਜਿਹੜਾ ਫਿਰ ਕਲਿਆਣ ਮੁਕਤੀ ਹੋਈ ਇਸੇ ਕਰਕੇ। ਸੋ ਇਹ ਜਿਹੜਾ ਉਪਦੇਸ਼ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਤੇ 5 ਗੁਰਸਿੱਖਾਂ ਨੂੰ ਮਹਾਰਾਜ ਨੇ ਕਲਿਆਣ ਬਖਸ਼ਿਸ਼ ਕੀਤੀ, ਉਹਨਾਂ ਦੀ ਮੁਕਤੀ, ਉਹਨੂੰ ਲਿਬਰੇਟ ਕੀਤਾ। ਗੰਗੂ ਨਾਉ ਸਹਿਗਲਾ ਰਾਮਾ ਧਰਮਾ ਉਦਾ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।